ਆਏ ਸੀਗੇ। ਹਾਂਜੀ ਬਸ ਔਰ ਤੁਹਾਨੂੰ ਪਰਮੇਸ਼ਰ ਦੇ ਦਾਸ ਤੇ ਦਾਸੀ ਦੁਆਰਾ ਪੁੱਛਿਆ ਗਿਆ ਕਿ ਤੁਸੀਂ ਆਪਣੀ ਬੇਟੀ ਨੂੰ ਪੜ੍ਹਾ ਰਿਹਾ ਕਿ ਨਹੀਂ, ਹਾਂਜੀ ਬਸ ਔਰ ਤੁਸੀਂ ਕੀ ਕਿਹਾ ਸੀ ਉਸ ਸਮੇਂ? ਬਸ ਜੀ ਮੈਂ ਉਸ ਟਾਈਮ ਇਹੀ ਕਿਹਾ ਸੀ ਮੈਂ ਨਹੀਂ ਪੜ੍ਹਾ ਰਹੀ ਹਾਂ, ਮੇਰੀ ਕੋਈ ਵੀ ਕੋਸ਼ਿਸ਼ ਕਾਮਯਾਬ ਨਹੀਂ ਹੋ ਰਹੀ ਹੈ। ਤੁਸੀਂ ਕਿਹਾ ਕਿ ਨਹੀਂ ਮੈਂ ਪੜ੍ਹਾ ਨਹੀਂ ਰਹੀ, ਔਰ ਜਦੋਂ ਆਪਾਂ ਪੁੱਛਿਆ ਕਿ ਫਿਰ ਕੀ ਕਰਦੇ ਆ, ਤੁਸੀਂ ਕਿਹਾ ਕਿ ਪਾਸਟਰ ਮੈਂ ਆਪਣੇ ਕੰਮ ਤੇ ਨਾਲ ਲੈ ਕੇ ਜਾਂਦੇ ਆ। ਹਾਂਜੀ ਬਸ ਸੱਚ ਹੈ ਕਿ ਨਹੀਂ? ਹਾਂਜੀ ਬਸ ਜੀ। ਤੁਹਾਡੀ ਬੇਟੀ ਦੀ ਉਮਰ ਕਿੰਨੀ ਆ? ਬਸ ਜੀ 10 ਸਾਲ। 10 ਸਾਲ ਬੇਟੀ ਦੀ ਉਮਰ। ਪਿਛਲੇ ਦਿਨ ਸ਼ਾਇਦ 1 ਜਾਂ 2 ਹਫ਼ਤਾ ਪਹਿਲਾਂ ਦੀ ਗੱਲ ਆ, ਹਾਂਜੀ ਬਸ ਜੀ। ਇਹ ਚਰਚ ਦੇ ਵਿੱਚ ਆਏ ਸੀ, ਪ੍ਰਾਰਥਨਾ ਕਰਾਉਣ ਜਾਂ ਦਸਮਾਸ਼ ਦੇਣ ਆਏ ਸੀ। ਹਾਂਜੀ ਬਸ ਔਰ ਪਰਮੇਸ਼ਰ ਦੇ ਦਾਸ ਨੇ ਤੁਹਾਨੂੰ ਪੁੱਛਿਆ ਕਿ ਤੁਸੀਂ ਆਪਣੀ ਬੱਚੀ ਨੂੰ ਪੜ੍ਹਾ ਰਹੇ, ਤੁਸੀਂ ਕਿਹਾ ਨਹੀਂ। ਆਪਾਂ ਕਿਹਾ ਫਿਰ ਕੀ ਕਰਦੇ ਪਏ? ਔਰ ਗੁੜੀਆ ਇਸਕੋ ਹਟਾ ਦੋ। ਔਰ ਤੁਸੀਂ ਕਿਹਾ ਕਿ ਮੈਂ ਪਾਸਟਰ ਜੀ ਆਪਣੇ ਨਾਲ ਕੰਮ ਤੇ ਲੈ ਕੇ ਜਾਂਦੇ ਆ। ਹਾਂਜੀ ਬਸ। ਉਸ ਤੋਂ ਬਾਅਦ ਤੁਹਾਨੂੰ ਆਪਾਂ ਦੱਸਿਆ ਕਿ ਜੋ ਤੁਸੀਂ ਕਰ ਰਹੇ ਹੋ ਗਲਤ ਕਰ ਰਹੇ ਆ। ਹਾਂਜੀ ਬਸ ਜੀ। ਆਪਾਂ ਤੁਹਾਨੂੰ ਕਾਫੀ ਡਾਂਟਿਆ ਕਿ ਤੁਸੀਂ ਆਪਣੀ ਬੱਚੀ ਦੀ ਲਾਈਫ ਕਿਉਂ ਖਰਾਬ ਕਰ ਰਹੇ ਆ, ਤੁਸੀਂ ਇਹਨੂੰ ਕਿਉਂ ਨਹੀਂ ਸਕੂਲ ਦੇ ਵਿੱਚ ਪਾਉਂਦੇ। ਹਾਂਜੀ ਬਸ ਜੀ। ਔਰ ਤੁਸੀਂ ਕੁਝ ਸਿਰਫ ਬਹਾਨੇ ਬੁਨੇ ਲਗਾ ਦਿੱਤੇ ਇਦਾਂ ਜਿੱਦਾਂ। ਸੱਚ ਹੈ ਕਿ ਨਹੀਂ? ਹਾਂਜੀ ਬਸ ਜੀ। ਉਸ ਤੋਂ ਬਾਅਦ ਆਪਾਂ ਤੁਹਾਨੂੰ ਕਾਫੀ ਕਾਉਂਸਲਿੰਗ ਕੀਤੀ ਇਸ ਵਿਸ਼ੇ ਤੇ ਕਿ ਤੁਸੀਂ ਆਪਣੀ ਬੱਚੀ ਨੂੰ ਪੜਾਓ ਲਿਖਾਓ, ਆਪਣੀ ਬੱਚੀ ਦੀ ਲਾਈਫ ਨਾ ਖਰਾਬ ਕਰੋ। ਹਾਂਜੀ ਬਸ। ਉਸ ਤੋਂ ਬਾਅਦ ਤੁਹਾਨੂੰ ਦੱਸਿਆ ਕਿ ਜਲਦੀ ਦੇ ਨਾਲ ਤੁਸੀਂ ਆਪਣੀ ਬੱਚੀ ਦੀ ਐਡਮਿਸ਼ਨ ਕਰਾਓ। ਹਾਂਜੀ ਬਸ ਜੀ। ਔਰ ਉਸ ਤੋਂ ਬਾਅਦ ਤੁਸੀਂ ਉਸ ਕਾਉਂਸਲਿੰਗ ਨੂੰ ਆਪਣੇ ਦਿਮਾਗ ਦੇ ਵਿੱਚ ਲੈ ਲਿਆ। ਹਾਂਜੀ ਬਸ ਜੀ। ਤੁਸੀਂ ਆਪਣੇ ਦਿਮਾਗ ਦੇ ਵਿੱਚ ਲੈ ਲਿਆ। ਹਾਂਜੀ ਬਸ ਜੀ। ਔਰ ਉਸ ਤੋਂ ਬਾਅਦ ਕੁਝ ਹਫ਼ਤੇ ਬਾਅਦ ਤੁਸੀਂ ਸ਼ਾਇਦ ਕੁਝ ਦਿਨਾਂ ਦੇ ਬਾਅਦ ਤੁਸੀਂ ਸਕੂਲ ਦੇ ਵਿੱਚ ਗਏ, ਹਾਂਜੀ ਬਸ। ਜੋ ਇਸ ਜਲੰਧਰ ਦੇ ਵਿੱਚ ਕਾਫੀ ਇੱਕ ਵੱਡਾ ਜਿੱਥੇ ਰਿਚ ਲੋਕਾਂ ਦੇ ਬੱਚੇ ਪੜ੍ਹਦੇ ਆ। ਹਾਂਜੀ ਬਸ ਉਸ ਜੀ। ਸਕੂਲ ਦੇ ਵਿੱਚ ਤੁਸੀਂ ਲੈ ਕੇ ਗਏ। ਹਾਂਜੀ ਬਸ ਜੀ। ਓਕੇ, ਉਸ ਤੋਂ ਬਾਅਦ ਫਿਰ ਕੀ ਹੋਇਆ? ਬਸ ਜੀ ਜਦੋਂ ਉੱਥੇ ਲੈ ਕੇ ਗਏ, ਉਹ ਮੇਰੀ ਬੇਟੀ ਦੇ ਬਾਰੇ ਕਹਿੰਦੇ ਸੀਗੇ ਕਿੰਨੀ ਵੀ ਚ ਪਹਿਲਾਂ ਪੜ੍ਹਦੀ ਹੈ। ਫਿਰ ਮੈਂ ਉਹਨਾਂ ਨੂੰ ਕਿਹਾ ਸੀ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੀ ਆ, ਤੇ ਉਹਨਾਂ ਨੇ ਕਿਹਾ ਸੀਗਾ ਇੱਕ ਤਾਂ ਤੁਹਾਡੀ ਬੇਟੀ ਦੀ ਏਜ ਜ਼ਿਆਦਾ ਹੈ ਕਿ ਨਹੀਂ ਲੈ ਸਕਦੇ ਅਸੀਂ। ਉਹਨਾਂ ਨੇ ਪਹਿਲਾ ਨੰਬਰ ਕਿਹਾ ਕਿ ਤੁਹਾਡੀ ਬੇਟੀ ਦੀ ਏਜ ਜ਼ਿਆਦਾ ਵਾ, ਏਜ ਜ਼ਿਆਦਾ। ਹਾਂਜੀ ਕਿ ਬਸ ਅਸੀਂ ਲੈ ਨਹੀਂ ਸਕਦੇ ਲੈ ਨਹੀਂ ਸਕਦੇ। ਹਾਂਜੀ ਬਸ ਜੀ। ਓਕੇ ਠੀਕ ਹੈ। ਉਸ ਤੋਂ ਬਾਅਦ ਤੇ ਬਸ ਜੀ ਉਹ ਪਹਿਲਾਂ ਮਨਾ ਵੀ ਕਰਨ ਲੱਗੇ ਸੀਗੇ, ਕਿ ਕਹਿੰਦੇ ਅਸੀਂ ਐਡਮਿਸ਼ਨ ਨਹੀਂ ਕਰਾਉਣੀ ਆਪਣੇ ਸਕੂਲ ਹਾਂਜੀ ਬਸ ਜੀ। ਸਾਰੇ ਮੈਡਮਾਂ ਸਾਰੇ ਦੇਖਣ ਲੱਗੇ, ਕਹਿੰਦੇ ਇੱਕ ਦੂਜੇ ਗੱਲਾਂ ਕਰਨ ਲੱਗੇ ਸੀਗੇ, ਜ਼ਿਆਦਾ ਬੱਚੇ ਉਮਰ ਜ਼ਿਆਦਾ ਹੋ ਗਈ ਤੇ ਨਹੀਂ ਲੈ ਸਕਦੇ। ਤੇ ਬਸ ਜੀ ਮੈਂ ਉੱਥੇ ਡਰ ਜੀ ਗਈ ਸੀਗੀ। ਪਹਿਲਾ ਨੰਬਰ ਉਹਨਾਂ ਨੇ ਤੁਹਾਨੂੰ ਦੱਸਿਆ ਕਿ ਤੁਹਾਡੀ ਬੇਟੀ ਦੀ ਉਮਰ ਜ਼ਿਆਦਾ ਹੋ ਚੁੱਕੀ ਆ, ਅਸੀਂ ਲੈ ਨਹੀਂ ਸਕਦੇ। ਹਾਂਜੀ ਬਸ ਜੀ। ਉਸ ਤੋਂ ਬਾਅਦ ਉਹਨਾਂ ਨੇ ਤੁਹਾਨੂੰ ਸਕੂਲ ਦਾ ਕੁਝ ਖਰਚਾ ਦੱਸਿਆ, ਐਡਮਿਸ਼ਨ ਫੀਸ ਦੱਸੀ, ਕੀ ਦੱਸਿਆ? ਬਸ ਜੀ ਉਹਨਾਂ ਨੇ ਕੁੱਲ ਸਾਰਾ ਕੁਝ ਮਿਲਾ ਕੇ ਉਹਨਾਂ ਨੇ 16-17 ਹਜ਼ਾਰ ਰੁਪਏ ਮੇਰਾ ਖਰਚਾ ਦੱਸ ਦਿੱਤਾ ਸੀਗਾ ਐਡਮਿਸ਼ਨ ਦਾ ਹੀ, ਜਿਹੜਾ ਐਡਮਿਸ਼ਨ ਦਾ ਜੋ ਤੁਸੀਂ ਮੌਕੇ ਦੇ ਉੱਪਰ ਦੇਣਾ ਸੀਗਾ। ਹਾਂਜੀ ਬਸ ਜੀ। ਸਟਾਰਟਿੰਗ ਦੇ ਵਿੱਚ 16000 ਰੁਪਏ ਦੇਣਾ ਸੀਗਾ। ਹਾਂਜੀ ਬਸ ਜੀ। ਔਰ ਮਤਲਬ ਕਾਫੀ ਇਹ ਪ੍ਰੋਬਲਮ ਆ ਗਈਆਂ। ਪਹਿਲਾ ਪ੍ਰੋਬਲਮ ਕੀ ਤੁਹਾਡੀ ਬੱਚੀ ਚਲੋ ਸਰਕਾਰੀ ਸਕੂਲ 'ਚ ਕਿਸੇ ਹਿਸਾਬ ਨਾਲ ਟਾਈਮ ਪਾਸ ਹੀ ਕਰ ਰਹੀ ਸੀਗੀ ਕੋਈ। ਹਾਂਜੀ ਬਸ। ਔਰ ਉਸ ਤੋਂ ਬਾਅਦ ਵੀ ਉਹ ਵੀ ਚੱਜ ਨਾਲ ਨਹੀਂ ਸੀ ਤੁਹਾਡੇ ਨਾਲ ਕੰਮ ਤੇ ਜਾਂਦੀ ਸੀਗੀ। ਹਾਂਜੀ ਬਸ ਜੀ। ਔਰ ਪਹਿਲਾ ਨੰਬਰ ਕੀ ਤੁਹਾਡੀ ਬੇਟੀ ਦੀ ਏਜ ਜ਼ਿਆਦਾ ਸੀਗੀ, 10 ਸਾਲ ਹੋ ਚੁੱਕੀ ਸੀਗੀ। ਹਾਂਜੀ ਬਸ। ਔਰ ਦੂਜਾ ਨੰਬਰ ਕੀ ਉਹਨਾਂ ਨੇ ਐਡਮਿਸ਼ਨ ਦਾ ਤੁਹਾਨੂੰ ਮੌਕੇ ਦੇ ਖਰਚੇ ਦੇ ਜੋ 16000 ਰੁਪਏ ਜਮ੍ਹਾਂ ਕਰਨਾ। 16000 ਰੁਪਏ। ਹਾਂਜੀ ਬਸ। ਔਰ ਉਸ ਤੋਂ ਬਾਅਦ ਤੁਸੀਂ ਫਿਰ ਕੀ ਸੋਚਿਆ? ਤੁਸੀਂ ਮਤਲਬ ਤੁਸੀਂ ਕਾਫੀ ਘਬਰਾਗੇ ਹੋਵੋਗੇ। ਹਾਂਜੀ ਬਸ ਜੀ। ਬਈ ਮੌਕੇ ਦੇ ਇੰਨੇ ਦੱਸ ਦਿੱਤੇ, ਅਜੇ ਜਿਹੜੀਆਂ ਕਾਪੀਆਂ ਕਿਤਾਬਾਂ ਇਹਨਾਂ ਦੇ ਲਿਆਣਾ, ਬਾਹਰ ਦਾ ਸਮਾਨ ਲਿਆਣਾ, ਉਹ ਵੀ 5-6 ਹਜ਼ਾਰ ਦਾ ਖਰਚਾ ਸੀਗਾ। ਕੁੱਲ ਮਿਲਾ ਕੇ 20 ਯੂਨੀਫਾਰਮ ਲਗਾਣਾ ਜੋ ਵੀ। ਹਾਂਜੀ 20 ਹਜ਼ਾਰ ਦਾ ਖਰਚਾ ਸੀਗਾ ਟੋਟਲ। ਖਰਚਾ ਸੀਗਾ। ਹਾਂਜੀ ਬਸ। ਔਰ ਮਤਲਬ 2 ਪ੍ਰੋਬਲਮਾਂ ਤੁਹਾਨੂੰ ਆਈਆਂ। ਪਹਿਲੀ ਪ੍ਰੋਬਲਮ ਸੀ ਕਿ ਬੇਟੀ ਦੀ ਏਜ ਜ਼ਿਆਦਾ ਸੀ, ਦੂਜੀ ਪ੍ਰੋਬਲਮ ਸੀ ਕਿ ਉਹਨਾਂ ਨੇ ਕਾਫੀ ਜ਼ਿਆਦਾ ਮੌਕੇ ਦੇ ਉੱਪਰ ਖਰਚਾ ਦੱਸ ਦਿੱਤਾ ਜੋ ਤੁਹਾਡੀ ਰੇਂਜ ਤੋਂ ਬਾਹਰ ਸੀਗਾ। ਹਾਂਜੀ ਬਸ ਜੀ। ਓਕੇ, ਉਸ ਤੋਂ ਬਾਅਦ ਫਿਰ ਕੀ ਹੋਇਆ? ਅੱਛਾ ਜੀ। ਮੈਂ ਫਿਰ ਉਸ ਤੋਂ ਬਾਅਦ ਜ਼ਿਆਦਾ ਮੈਨੂੰ ਟੈਨਸ਼ਨ ਜੀ ਹੋ ਗਈ ਸੀਗੀ। ਫਿਰ ਮੈਂ ਸੋਚਿਆ ਮੈਂ ਕਿ ਮੈਂ ਪ੍ਰੇ ਕਰਾ ਲੈਂਦੀ ਪਾਸ਼ੀ ਜੀ ਤੋਂ। ਪਾਸ਼ੀ ਜੀ ਤੋਂ ਮੈਂ ਪ੍ਰੋਬਲਮ ਦੱਸੀ ਤੇ ਪਾਸ਼ੀ ਜੀ ਨੇ ਮੇਰੇ ਲਈ ਪ੍ਰੇ ਕੀਤੀ। ਮੈਂ ਉਸੇ ਟਾਈਮ ਉਸ ਪ੍ਰੇ ਨੂੰ ਰਿਸੀਵ ਕੀਤਾ ਤੇ ਥੋੜ੍ਹੀ ਦੇਰ ਦੇ ਬਾਅਦ ਸਾਨੂੰ ਪ੍ਰਿੰਸੀਪਲ ਨੇ ਅੰਦਰ ਬੁਲਾਇਆ। ਉਹਨਾਂ ਨੂੰ ਅਸੀਂ ਦੱਸਿਆ ਸੀਗਾ ਵੀ ਇੱਦਾਂ ਦਾ ਸਾਡੇ ਕੋਲ ਖਰਚਾ ਇੰਨਾ ਮੌਕੇ 'ਤੇ ਨਹੀਂ ਹੈਗਾ, ਤੇ ਉਹਨਾਂ ਨੂੰ ਦੱਸਿਆ ਸੀਗਾ, ਸਾਰੀ ਗੱਲ ਦੱਸੀ, ਤੇ ਉਹਨਾਂ ਨੇ ਬਹੁਤ ਜ਼ਿਆਦਾ ਹੀ ਉਸ ਤੋਂ ਬਾਅਦ ਤੁਸੀਂ ਪ੍ਰਾਰਥਨਾ ਪਰਮੇਸ਼ਰ ਦੇ ਦਾਸ ਦੇ ਕੋਲ ਕਰਾਈ। ਉਸ ਤੋਂ ਬਾਅਦ ਤੁਸੀਂ ਪ੍ਰਿੰਸੀਪਲ ਨਾਲ ਮਿਲੇ। ਹਾਂਜੀ ਬਸ ਜੀ। ਔਰ ਆਪਣੀ ਦੱਸਿਆ ਆਪਣੀ ਪ੍ਰੋਬਲਮ। ਹਾਂਜੀ ਬਸ ਜੀ। ਓਕੇ। ਮੈਂ ਉਹਨਾਂ ਨੂੰ ਵੀ ਦੱਸਿਆ ਸੀਗਾ ਵੀ ਮੇਰੀ ਬੇਟੀ ਆ, ਮੈਂ ਇਹਨਾਂ ਨੂੰ ਪੜ੍ਹਾਉਣਾ ਚਾਹੁੰਦੀ ਹਾਂ, ਤੇ ਉਹਨਾਂ ਨੇ ਮੇਰੀ ਅਚਾਨਕ ਹੀ ਉਹਨਾਂ ਦਾ ਮਨ ਬਦਲਿਆ ਸੀਗਾ। ਨਹੀਂ, ਇਹਨਾਂ ਦੇ ਪ੍ਰਿੰਸੀਪਲ ਕੋਈ ਵੀ ਨਹੀਂ ਇੰਨਾ ਖਰਚਾ ਕਰਦੇ, ਘੱਟ ਉਹ 5-10 ਹਜ਼ਾਰ ਰੁਪਏ ਕਿਤੇ ਕੋਈ ਕਰ ਨਹੀਂ ਸਕਦਾ, ਉਹ 1500 ਰੁਪਏ ਘੱਟ ਮੁਸ਼ਕਿਲਾਂ ਨਾਲ ਕਰਦੇ ਆ। ਜਿਹੜੇ ਪ੍ਰਿੰਸੀਪਲ ਨੇ ਇੱਕਦਮ ਹੀ ਆਪਣਾ ਮਨ ਬਦਲਿਆ ਤੇ ਉਹਨਾਂ ਪ੍ਰਾਰਥਨਾ ਕਰਾਉਣ ਤੋਂ ਬਾਅਦ ਇੱਕਦਮ ਬਾਅਦ ਪ੍ਰਿੰਸੀਪਲ ਦਾ ਮਨ ਬਦਲਿਆ। ਹਾਂਜੀ ਬਸ। ਔਰ ਉਸ ਤੋਂ ਬਾਅਦ ਕੀ ਹੋਇਆ? ਪਹਿਲਾਂ ਪਾਸੇ ਜੀ ਉਹਨਾਂ ਨੇ ਮੈਨੂੰ ਖਰਚੇ ਦੀ ਲਿਸਟ ਬਣਾ ਕੇ ਦਿੱਤੀ ਸੀ ਵੀ ਤੁਹਾਡਾ ਇੰਨਾ ਖਰਚਾ ਹੋਣਾ ਹੈਗਾ, ਤੁਸੀਂ ਐਡਮਿਸ਼ਨ ਹੀ ਕਰਾਣੀ ਹੈ। ਉਹ ਲਿਸਟ ਮੇਰੇ ਹੱਥ ਦੇ ਵਿੱਚ ਹੀ ਸੀਗੀ। ਓਕੇ ਓਕੇ। ਤੇ ਪਾਸੇ ਜੀ ਜਦੋਂ ਅਸੀਂ ਪ੍ਰਿੰਸੀਪਲ ਦੇ ਕੋਲ ਗਏ, ਅਸੀਂ ਉਹ ਲਿਸਟ ਉਹਨਾਂ ਨੂੰ ਦਿੱਤੀ ਵੀ ਮੇਰੇ ਤੋਂ ਇੰਨਾ ਨਹੀਂ ਹੋਣਾ ਹੈਗਾ, ਤੁਸੀਂ ਕੁਛ ਘੱਟ ਕਰ ਦਿਓ। ਓਕੇ, ਜਦੋਂ ਪ੍ਰਾਰਥਨਾ ਕਰਾਉਣ ਤੋਂ ਬਾਅਦ ਤੁਸੀਂ ਪ੍ਰਿੰਸੀਪਲ ਤੋਂ ਗਏ। ਹਾਂਜੀ ਤੁਸੀਂ ਕਿਹਾ ਕਿ ਮੇਰੇ ਕੋਲ ਨਹੀਂ ਹੋਣਾ। ਹਾਂਜੀ। ਫਿਰ ਪ੍ਰਿੰਸੀਪਲ ਨੇ ਕੀ ਕਿਹਾ ਤੁਹਾਨੂੰ? ਬਸ ਜੀ ਉਹਨਾਂ ਨੇ ਕੁਝ ਵੀ ਸਵਾਲ ਜਵਾਬ ਕੁਝ ਵੀ ਨਹੀਂ ਕੀਤਾ। ਉਹਨਾਂ ਨੇ ਸਿਰਫ ਦੁਬਾਰਾ ਉਹਨਾਂ ਨੇ ਸ਼ਾਪ ਕੀਤਾ ਤੇ ਕਹਿੰਦੇ ਤੁਹਾਡਾ ਟੋਟਲ ਖਰਚਾ ਅਸੀਂ ਕਰ ਦੇਵਾਂਗੇ,
6,000 ਰੁਪਏ ਕਰਾਂਗੇ। ਮਤਲਬ ਜੋ 16,000 ਤੋਂ ਪ੍ਰਾਰਥਨਾ ਕਰਾਉਣ ਤੋਂ ਬਾਅਦ ਸਿੱਧਾ 6,000 ਤੇ ਆ ਗਏ। ਹਾਂਜੀ ਬਸ ਜੀ। ਓਕੇ, ਤੇ ਬਸ ਜੀ 6,000 ਰੁਪਏ ਦੱਸਿਆ ਤੇ ਫਿਰ ਅਸੀਂ ਬਾਹਰ ਗਏ ਪੈਸੇ ਉਸੇ ਭਰਨ ਵਾਸਤੇ, ਉਹਨਾਂ ਨੂੰ ਦੱਸਿਆ ਤੇ ਉਹਨਾਂ ਨੇ ਥੋੜੇ ਐਡਮਿਸ਼ਨਾਂ ਦੇ ਪੈਸੇ, ਫੀਸਾਂ ਦੇ ਪੈਸੇ ਓਕੇ, ਉਹਨਾਂ ਮਤਲਬ ਕਿ ਜੋ ਪਹਿਲਾਂ ਸੀਗਾ ਕਿ ਉਹ ਬੇਟੀ ਨੂੰ ਐਡਮਿਸ਼ਨ ਨਹੀਂ ਸੀ ਕਰਾ ਰਹੇ, ਹਾਂਜੀ ਬਸ ਜੀ, ਪ੍ਰਾਰਥਨਾ ਕਰਾਉਣ ਤੋਂ ਬਾਅਦ ਪ੍ਰਭੂ ਨੇ ਰਸਤਾ ਖੋਲਿਆ ਐਡਮਿਸ਼ਨ ਵੀ ਔਰ ਪੈਸੇ ਜੀ। ਐਡਮਿਸ਼ਨ ਵੀ ਹੋ ਗਈ। ਹਾਂਜੀ ਔਰ ਬਸ। ਦੂਸਰੀ ਫਿਰ ਪ੍ਰੋਬਲਮ ਆਈ ਸੀ ਕਿ ਪੈਸੇ ਦੀ। ਉਹਨੇ ਕਿਹਾ ਚਲੋ ਠੀਕ ਆ, ਅਸੀਂ ਐਡਮਿਸ਼ਨ ਤੇ ਕਰ ਦਾਂਗੇ, ਇੰਨੇ ਪੈਸੇ ਤੁਸੀਂ ਭਰ ਦਿਓ। ਹਾਂਜੀ ਪਰ ਬਸ। ਉਹ ਤੁਸੀਂ ਤੁਹਾਡੀ ਰੇਂਜ ਤੋਂ ਜ਼ਿਆਦਾ ਬਾਹਰ ਸੀਗੇ। ਉਸ ਤੋਂ ਬਾਅਦ ਤੁਸੀਂ ਪ੍ਰਾਰਥਨਾ ਕਰਾਈ, ਪ੍ਰਭੂ ਨੇ ਮਦਦ ਕੀਤੀ। ਹਾਂਜੀ ਬਸ। 16,000 ਤੋਂ ਸਿੱਧਾ 10,000 ਮਾਫ ਹੋਇਆ ਹਾਂਜੀ ਔਰ ਬਸ। 6,000 ਦੇ ਵਿੱਚ ਤੁਹਾਡੀ ਬੇਟੀ ਦੀ ਇੱਕ ਚੰਗੇ ਸਕੂਲ ਵਿੱਚ ਐਡਮਿਸ਼ਨ ਹੋ ਗਿਆ। ਨਹੀਂ ਬਸ ਜੀ, ਸਭ ਤਾਲੀ ਵਜਾਵਾਂਗੇ ਯਿਸੂ ਮਸੀਹ ਦੀ ਮਹਿਮਾ ਦੇ ਲਈ। ਬਸ ਜੀ ਉਹਨਾਂ ਨੇ 6,000 ਤੋਂ ਵੀ ਫਿਰ ਹੋਰ ਜ਼ਿਆਦਾ ਘੱਟ ਕਰ ਦਿੱਤੇ, 4,500 ਰੁਪਏ ਟੋਟਲ ਉੱਥੇ ਐਡਮਿਸ਼ਨ ਲੱਗੀ ਸੀਗੀ। ਓਕੇ ਓਕੇ, 6,000 ਤੋਂ ਬਾਅਦ ਫਿਰ ਉਹਨਾਂ ਨੇ 1500 2,000 ਰੁਪਇਆ ਕੱਟ ਕੀਤਾ ਫਿਰ ਔਰ ਕਰਤਾ। 1,500 ਘੱਟ ਕਰਤਾ, 4,500। ਹਾਂਜੀ ਬਸ ਜੀ। ਔਰ ਉਹ ਜੋ ਸਕੂਲ ਆ ਉਹਦੇ ਵਿੱਚ ਸਭ ਤੋਂ ਮਤਲਬ ਰਿਚ ਬੱਚੇ ਪੜ੍ਹਦੇ ਹੈ ਨਾ। ਹਾਂਜੀ ਬਸ ਜੀ। ਅਮੀਰ ਲੋਕ ਆਉਂਦੇ ਆ ਗੱਡੀਆਂ ਦੇ ਉੱਤੇ ਬੱਚੇ ਨੂੰ ਛੱਡਣਾ। ਮੈਂ ਹਾਂਜੀ ਦੇਖਿਆ ਵਾ ਬਸ। ਸਕੂਲ ਇਸ ਰੋਡ ਦੇ ਉੱਪਰ ਆ। ਹਾਂਜੀ ਬਸ ਜੀ। ਔਰ ਪਰਮੇਸ਼ਰ ਨੇ ਤੁਹਾਡੀ ਮਦਦ ਕੀਤੀ ਇੱਕ ਚੰਗੇ ਸਕੂਲ 'ਚ ਤੁਹਾਡੀ ਬੇਟੀ ਦੀ ਐਡਮਿਸ਼ਨ ਕਰਾਉਣ ਦੇ ਲਈ, ਹਾਂਜੀ ਬਸ ਜੋ ਜੀ। ਕਿ ਸੱਚਮੁੱਚ ਕਿ ਇੰਪੋਸੀਬਲ ਸੀਗਾ, ਕਿ ਹੋ ਨਹੀਂ ਸੀ ਪਾ ਰਿਹਾ ਕਿਉਂਕਿ ਬੱਚੀ ਦੀ ਉਮਰ 10 ਸਾਲ ਹੋ ਗਈ ਸੀਗੀ। ਔਰ ਜੋ LKG UKG ਦੇ ਵਿੱਚ ਬੱਚਿਆਂ ਦੀ ਉਮਰ ਆ ਉਹ ਸਿਰਫ 4 ਤੋਂ 5 ਸਾਲ ਦੇ ਵਿੱਚ ਹੁੰਦੀ ਹਾਂਜੀ ਆ। ਬਸ ਜੀ। 4 ਤੋਂ ਸਿਰਫ 5 ਸਾਲ ਵਿੱਚ। ਕਿੰਨਿਆਂ ਨੂੰ ਪਤਾ ਵਾ ਕਿ ਜੋ UKG LKG ਦੇ ਬੱਚਿਆਂ ਦੀ ਐਡਮਿਸ਼ਨ ਕਿੰਨੇ ਸਾਲ ਦੀ ਹੁੰਦੀ ਆ? ਸਿਰਫ 4 ਤੋਂ 5 ਸਾਲ। ਅਸੀਂ ਆਪਣੀ ਬੇਟੀ ਦੀ ਐਡਮਿਸ਼ਨ ਕਰਾਉਣ ਗਏ ਸੀ ਕਨਵੈਂਟ ਸਕੂਲ ਦੇ ਵਿੱਚ। ਸਾਡੀ ਬੇਟੀ ਦੀ ਜੋ ਉਮਰ ਸੀ ਉਹ ਸਿਰਫ 4 ਤੋਂ 4.5 ਸਾਲ ਸੀ, ਪਰ ਉਹਨਾਂ ਨੇ ਸਾਡੀ ਬੇਟੀ ਦੀ ਐਡਮਿਸ਼ਨ ਨਹੀਂ ਹੋਣ ਦਿੱਤੀ ਕਿਉਂਕਿ 1 ਸਾਲ ਬੇਟੀ ਦੀ ਉਮਰ ਕੀ ਸੀ, ਜ਼ਿਆਦਾ ਸੀ। ਪਰ ਅਗਰ ਇਹਨਾਂ ਦੀ ਬੇਟੀ ਦੀ ਉਮਰ ਦੇਖੋ ਤਾਂ ਸੱਚਮੁੱਚ ਕਿੰਨੀ ਜ਼ਿਆਦਾ ਵਾ। ਸੋਚੋ 10 ਸਾਲ। 5 ਸਾਲ ਜ਼ਿਆਦਾ ਵਾ, 5-6 ਸਾਲ ਆ। ਹਾਂਜੀ ਕਿਉਂਕਿ ਬਸ। UKG LKG ਦੇ ਵਿੱਚ ਸਿਰਫ 4 ਤੋਂ 5 ਸਾਲ ਦੇ ਬੱਚੇ ਲੈਂਦੇ ਆ। ਹਾਂਜੀ ਪਰ ਬਸ। ਤੁਹਾਡੀ ਬੇਟੀ ਦੀ ਉਮਰ 10 ਸਾਲ ਹੋ ਚੁੱਕੀ ਸੀ ਹਾਂਜੀ ਔਰ ਪਰਮੇਸ਼ਰ ਨੇ ਤੁਹਾਡੀ ਮਦਦ ਕੀਤੀ। ਜੋ ਰੁਕਾਵਟਾਂ ਸੀ ਉਹ ਵੀ ਗਈਆਂ, ਜੋ ਪੈਸੇ ਦੀ ਰੁਕਾਵਟਾਂ ਸੀ ਉਹ ਵੀ ਗਈਆਂ। ਹਾਂਜੀ ਔਰ ਹੁਣ ਬਸ। ਤੁਹਾਡੀ ਬੇਟੀ ਦੀ ਐਡਮਿਸ਼ਨ ਹੋ ਚੁੱਕੀ ਆ। ਹਾਂਜੀ ਬਸ ਜੀ। ਐਡਮਿਸ਼ਨ ਵੀ ਹੋਏ ਤੇ ਇਹਨਾਂ ਨੂੰ ਪਹਿਲੀ ਕਲਾਸ ਦੇ ਵਿੱਚ ਲਿੱਤਾ ਉਹਨਾਂ ਓਕੇ, ਨੇ। ਪਹਿਲੀ ਕਲਾਸ ਦੇ ਵਿੱਚ ਵੀ ਲੈ ਲਿਆ। ਸਭ ਹਾਂਜੀ। ਤਾਲੀਮ ਜਾਵਾਂਗੇ ਪਰਮੇਸ਼ਰ ਦੀ ਮਹਿਮਾ ਲਈ। ਔਰ ਸਿਰਫ ਇਹ ਦਸਮਾਸ਼ ਦੇਣ ਆਏ ਸੀ ਕਿ ਸਿਰਫ ਆਪਾਂ ਇਹਨਾਂ ਨੂੰ ਇਹੋ ਕਿਹਾ ਕਿ ਤੁਸੀਂ ਆਪਣੀ ਬੇਟੀ ਦੀ ਲਾਈਫ ਕਿਉਂ ਖਰਾਬ ਕਰ ਰਹੇ ਆ, ਕਿ ਕਿਉਂ ਤੁਸੀਂ ਆਪਣੇ ਨਾਲ ਇਹਨੂੰ ਸੜਕਾਂ ਦੇ ਉੱਪਰ ਧੁੱਪ ਦੇ ਵਿੱਚ ਕੰਮ ਤੇ ਲੈ ਕੇ ਜਾਂਦੇ, ਇਹਨੂੰ ਪੜਾਓ ਤੁਸੀਂ। ਔਰ ਦੇਖੋ ਕਿ ਜੇ ਅਗਰ ਕੋਈ ਰੱਬ ਦਾ ਦਾਸ ਕਾਉਂਸਲਿੰਗ ਕਰਦਾ ਨਾ, ਤੇ ਮੈਂ ਸਿਰਫ ਇਹ ਗੱਲ ਦੱਸਣਾ, ਪਰਮੇਸ਼ਰ ਦਾ ਆਤਮਾ ਨਾਲ ਹੋ ਕੇ ਮਦਦ ਵੀ ਕਰਦਾ ਵਾ। ਹਾਲੇਲੂਇਆ। ਕਿਉਂਕਿ ਅਗਰ ਸਾਡੀ ਕਾਉਂਸਲਿੰਗ ਸਿਰਫ ਸਰੀਰਕ ਹੁੰਦੀ, ਸਿਰਫ ਸਾਡੇ ਫੈਸਲੇ 'ਚ ਹੁੰਦੀ, ਤਾਂ ਪਰਮੇਸ਼ਰ ਦਾ ਆਤਮਾ ਮਦਦ ਨਾ ਕਰਦਾ। ਪਰ ਉਹ ਯੋਜਨਾ ਸਿਰਫ ਸਾਡੀ ਵੀ ਨਹੀਂ ਸੀ, ਉਹ ਯੋਜਨਾ ਪਰਮੇਸ਼ਰ ਦੀ ਸੀ। ਸਿਰਫ ਪਰਮੇਸ਼ਰ ਨੇ ਸਾਡੇ ਤੇ ਉਹ ਪ੍ਰਗਟ ਕੀਤਾ ਕਿ ਇਸ ਬੱਚੀ ਨੂੰ ਤੁਸੀਂ ਪੜਾਓ। ਔਰ ਦੇਖ ਲਓ ਕਿ ਅੱਜ ਪਰਮੇਸ਼ਰ ਦਾ ਧੰਨਵਾਦ, ਇੱਕ ਚੰਗੇ ਸਕੂਲ ਦੇ ਵਿੱਚ ਪਰਮੇਸ਼ਰ ਨੇ ਮਦਦ ਕੀਤੀ ਆ ਤੇ ਇਹਨਾਂ ਦੀ ਬੇਟੀ ਦੀ ਐਡਮਿਸ਼ਨ ਹੋ ਪਾਈ ਆ। ਹਾਲੇਲੂਇਆ। ਕਿੰਨੇ ਲੋਕ ਪੜ੍ਹਾਈ ਦੀ ਵੈਲਿਊ ਨੂੰ ਸਮਝਦੇ ਆ? ਪੜ੍ਹਾਈ ਦੀ ਵੈਲਿਊ ਸਾਡੀ ਲਾਈਫ ਦੇ ਵਿੱਚ ਕਿੰਨੀ ਜ਼ਿਆਦਾ ਵਾ, ਕਿੰਨੀ ਇੰਪੋਰਟੈਂਟ ਆ ਪੜ੍ਹਾਈ ਦੀ ਵੈਲਿਊ। ਅਸੀਂ ਆਪਣੇ ਬੱਚਿਆਂ ਦੀ ਲਾਈਫ ਖਰਾਬ ਕਰ ਸਕਦੇ ਉਹਨਾਂ ਨੂੰ ਮਜ਼ਦੂਰੀ ਉੱਪਰ ਲਗਾ ਕੇ, ਪਰ ਅਗਰ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾ ਦਈਏ ਤੇ ਸੋਚੋ ਕਿ ਉਹਨਾਂ ਦੀ ਲਾਈਫ ਕਿੰਨੀ ਵਧੀਆ ਹੋ ਜਾਊਗੀ। ਔਰ ਅੱਜ ਖੁਦਾਵੰਦ ਦਾ ਧੰਨਵਾਦ ਕਿ ਪਰਮੇਸ਼ਰ ਦੀ ਯੋਜਨਾ ਸੀ ਇਹਨਾਂ ਦੀ ਬੇਟੀ ਦੇ ਲਈ, ਜੋ ਪਰਮੇਸ਼ਰ ਨੇ ਆਪਣੇ ਦਾਸ ਦੇ ਉੱਤੇ ਪ੍ਰਗਟ ਕੀਤਾ। ਔਰ ਅਸੀਂ ਇਹਨਾਂ ਨੂੰ ਥੋੜੀ ਤਾੜਨਾ ਕੀਤੀ, ਡਾਂਟਿਆ, ਕਾਉਂਸਲਿੰਗ ਕੀਤੀ ਕਿ ਤੁਸੀਂ ਆਪਣੀ ਬੇਟੀ ਦੀ ਕਿਉਂ ਇਦਾਂ ਲਾਈਫ ਖਰਾਬ ਕਰ ਰਹੇ ਆ, ਤੁਸੀਂ ਐਡਮਿਸ਼ਨ ਕਰਾਓ। ਔਰ ਉਸ ਸਮੇਂ ਵੀ ਇਹ ਕਹਿ ਰਹੀ ਸੀ ਹਾਂਜੀ ਬਸ ਅਗਲੇ ਸਾਲ। ਔਰ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਕਿ ਪਹਿਲਾ ਨੰਬਰ ਤੁਹਾਡੀ ਬੇਟੀ ਦੀ ਪਹਿਲੀ ਏਜ ਜ਼ਿਆਦਾ ਹੋ ਚੁੱਕੀ ਹੈ, ਤੁਸੀਂ ਅਗਲੇ ਸਾਲ ਕਰੋਗੇ, ਅਗਲੇ ਸਾਲ ਸੋਚੋ ਕਿੰਨਾ ਔਖਾ ਹੋ ਜਾਊਗਾ। ਹਾਂਜੀ। ਪਰ ਹੁਣ ਵੀ ਜਦੋਂ ਕਹੇ ਸੀ ਸੱਚਮੁੱਚ, ਕਿਉਂਕਿ ਜੋ LKG UKG ਦੇ ਵਿੱਚ ਜਦੋਂ ਬੱਚੇ ਸਟਾਰਟਿੰਗ ਦੇ ਵਿੱਚ ਚੰਗੇ ਸਕੂਲਾਂ ਦੇ ਵਿੱਚ ਲੈਂਦੇ ਆ, ਉਹ ਸਿਰਫ 3 ਤੋਂ 4 ਸਾਲ ਜਾਂ 5 ਸਾਲ ਦੇ ਵਿੱਚ ਬੱਚੇ ਲੈਂਦੇ ਆ, ਉਸ ਤੋਂ ਉੱਪਰ ਬੱਚੇ ਲੈਂਦੇ ਆ ਸਟਾਰਟਿੰਗ ਦੇ ਵਿੱਚ, ਕਿਉਂਕਿ ਕਿ ਚੰਗੇ ਸਕੂਲਾਂ ਦੇ। ਔਰ ਦੂਜਾ ਨੰਬਰ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਵਾਂ ਕਿ ਜਿਹੜੇ ਚੰਗੇ ਸਕੂਲ, ਜੋ ਚੰਗੇ ਸਕੂਲ ਦੇ ਟੀਚਰ ਆ, ਪ੍ਰਿੰਸੀਪਲ ਆ, ਉਹ ਹਮੇਸ਼ਾ ਬੱਚੇ ਲੈਣਗੇ ਜੋ ਵਾਕਿਆ ਕੋਈ ਪੜ੍ਹੇ ਲਿਖੇ ਟਾਈਪ ਦੇ ਹੈਗੇ ਆ, ਜਿਨ੍ਹਾਂ ਦੇ ਮਾਤਾ ਪਿਤਾ ਪੜ੍ਹਾ ਸਕਦੇ ਆ। ਕਿਉਂਕਿ ਉਹਨਾਂ ਨੂੰ ਪਤਾ ਅਗਰ ਅਸੀਂ ਨਲਾਇਕ ਬੱਚੇ ਨੂੰ ਲੈ ਲਿਆ ਤੇ ਉਹਨਾਂ ਦੀ ਜੋ ਸਕੂਲ ਦੀ ਜੋ ਸੋਚੋ ਕਿ ਜੋ ਹੁੰਦੀ ਹੈ ਜੋ ਲੈਵਲ ਅੱਛਾ, ਉਹ ਖਰਾਬ ਹੋ ਸਕਦਾ ਵਾ। ਕਿੰਨਿਆਂ ਨੂੰ ਸਮਝ ਇਸ ਗੱਲ ਦੀ। ਪਰ ਪਰਮੇਸ਼ਰ ਨੇ ਮਦਦ ਕੀਤੀ ਕਿ ਦੇਖੋ ਇੱਕ 10 ਸਾਲ ਦੇ ਬੱਚੇ ਨੂੰ ਬਣਾ ਲਿਆ। ਫਿਰ ਖੁਦਾਵੰਦ ਦਾ ਧੰਨਵਾਦ ਕਿ ਉਹਨਾਂ ਨੇ ਫਸਟ ਦੇ ਵਿੱਚ ਉਹਨੂੰ ਐਡਮਿਸ਼ਨ ਦੇ ਦਿੱਤੀ। ਹਾਂਜੀ ਬਸ ਜੀ। ਔਰ ਸੱਚਮੁੱਚ ਖੁਦਾ ਨੇ ਤੁਹਾਡੀ ਮਦਦ ਕੀਤੀ ਆ, ਹਾਂਜੀ। ਜੋ ਅੱਜ ਔਰ ਤੁਹਾਡੀ ਬੇਟੀ ਦੀ ਐਡਮਿਸ਼ਨ ਹੋ ਚੁੱਕੀ ਆ। ਹਾਂਜੀ ਬਸ ਜੀ। ਔਰ ਸਕੂਲ ਵਿੱਚ ਵੀ ਗਈ ਇੱਕ ਅੱਧਾ ਦਿਨ ਕਿ ਨਹੀਂ? ਹਾਂਜੀ ਬਸ ਜੀ, 2 ਦਿਨ ਹੋ ਗਏ ਸਕੂਲ ਜਾਂਦੇ ਨੂੰ। 2 ਦਿਨ ਹੋ ਗਏ ਸਕੂਲ ਜਾਂਦੇ ਨੂੰ। ਹਾਂਜੀ ਬਸ। ਕਿੱਦਾਂ ਲੱਗਦਾ ਹੁਣ? ਅਸੀਂ ਜੀ ਬਹੁਤ ਚੰਗਾ ਲੱਗਦਾ। ਮੈਂ ਸੋਚਦੀ ਸੀ ਮੇਰੀ ਬੇਟੀ ਨੂੰ ਮੈਂ ਲਾਪਰਵਾਹੀ ਦੇ ਵਿੱਚ ਰੱਖਿਆ ਤੇ ਇੱਕ ਪਰਮੇਸ਼ਰ ਦੇ ਦਾਸ ਨੇ ਮੈਨੂੰ ਇਹ ਚੰਗੇ ਰਸਤੇ ਪਾਇਆ, ਤੇ ਫਿਰ ਵੀ ਮੈਂ 1-2 ਦਿਨ ਦੇ ਵਿੱਚ ਲਾਪਰਵਾਹੀ ਜੀ ਕਰਨ ਲੱਗੀ ਤੇ ਮੈਨੂੰ ਇੰਨਾ ਡਰ ਲੱਗਿਆ ਕਿ ਪਰਮੇਸ਼ਰ ਦੇ ਦਾਸ ਨੇ ਮੈਨੂੰ ਇੰਨਾ ਕੁਝ ਕਿਹਾ ਤੇ ਮੈਂ ਉਹਦੇ ਵਿੱਚ ਵੀ ਲਾਪਰਵਾਹੀ ਕਰਾਂ, ਮੈਂ ਕਦੇ ਕਾਮਯਾਬ ਨਹੀਂ ਹੋ ਸਕਦੀ। ਫਿਰ ਮੈਂ ਉਸ ਚੀਜ਼ ਨੂੰ ਪੂਰੀ ਤਰ੍ਹਾਂ ਠਾਣ ਲਿਆ ਸੀ, ਮੈਂ ਮੇਰੀ ਬੇਟੀ ਵਾਸਤੇ ਕਰਨਾ ਹੀ ਹੈਗਾ ਹੁਣ, ਤੇ ਉਹ ਚੀਜ਼ ਨੂੰ ਮੈਂ ਆਪਣੇ ਅੰਦਰ ਪੂਰੀ ਤਰ੍ਹਾਂ ਰਿਸੀਵ ਕਰ ਲਿਆ ਸੀਗਾ। ਅੱਜ ਪਰਮੇਸ਼ਰ ਦਾ ਤੇ ਪਰਮੇਸ਼ਰ ਦੇ ਦਾਸ ਦਾ ਧੰਨਵਾਦ ਕਰਦੀ ਜਿਹਨੇ ਮੈਨੂੰ ਇਹ ਰਸਤਾ ਦਿਖਾਇਆ।
ਸਭ ਥੱਲੇ ਵੀ ਜਾਵਾਂਗੇ ਯਿਸੂ ਮਸੀਹ ਦੇ ਮਹਿਮਾ ਲਈ। ਕਈ ਵਾਰੀ ਸਾਨੂੰ ਕਲੀਸਿਆ ਦੇ ਲੋਕ ਕਹਿੰਦੇ ਆ ਕਿ ਪਾਸਟਰ ਜੀ ਸਾਡੇ ਪਰਿਵਾਰ ਇੰਨੀ ਕੇਅਰ ਨਹੀਂ ਕਰਦੇ, ਉਹ ਸਾਨੂੰ ਕਦੀ ਇਦਾਂ ਦੀ ਸਮਝਾਉਂਦੇ ਨਹੀਂ ਆ, ਕਿਉਂਕਿ ਪਰਮੇਸ਼ਰ ਨੇ ਤੁਹਾਨੂੰ ਇੱਕ ਆਤਮਿਕ ਪਰਿਵਾਰ ਦਿੱਤਾ। ਹਾਲੇਲੂਇਆ। ਜੋ ਤੁਹਾਡੇ ਸਰੀਰਕ ਤੁਹਾਡੇ ਮਾਤਾ ਪਿਤਾ ਤੋਂ ਜ਼ਿਆਦਾ ਤੁਹਾਨੂੰ ਸਮਝਾ ਸਕਦੇ ਆ, ਤੁਹਾਨੂੰ ਗਾਈਡ ਕਰ ਸਕਦੇ ਆ। ਔਰ ਦੇਖੋ ਕਿ ਇਹਨਾਂ ਨੂੰ ਗਾਈਡ ਕੀਤਾ, ਇੱਕ ਮਾਤਾ ਪਿਤਾ ਦੀ ਤਰ੍ਹਾਂ ਨੂੰ ਡਾਂਟਿਆ ਕਿ ਚਲੋ ਜਲਦੀ ਨਾਲ ਆਪਣੇ ਬੱਚੇ ਦੀ ਐਡਮਿਸ਼ਨ ਕਰਾਓ। ਔਰ ਖੁਦਾ ਦਾ ਧੰਨਵਾਦ ਕਿ ਇਹਨਾਂ ਦੀ ਬੱਚੇ ਦੀ ਅੱਜ ਇੱਕ ਚੰਗੇ ਸਕੂਲ ਦੇ ਵਿੱਚ ਐਡਮਿਸ਼ਨ ਹੋਈ ਆ। ਹਾਂਜੀ ਬਸ ਜੀ। ਓਕੇ, ਪਰਮੇਸ਼ਰ ਤੁਹਾਨੂੰ ਬਹੁਤ ਬਰਕਤ ਦੇ। ਬੈਠ ਜਾਈਏ।